ਬਾਬਾ ਬਘੇਲ ਸਿੰਘ ਜੀ ਸਿੱਖ ਇਤਿਹਾਸ ਦਾ ਉਹ ਨਾਂ ਹਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਮਿਸਲ ਕਾਲ ਦੇ ਸੰਘਰਸ਼ ਵਿੱਚ ਆਪਣਾ ਭਰਪੂਰ ਹਿੱਸਾ ਪਾਇਆ। ਬਾਬਾ ਬਘੇਲ ਸਿੰਘ ਜੀ ਦਾ ਜਨਮ ਪਿੰਡ ਚਬਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1730 ਈਸਵੀ ਵਿੱਚ ਹੋਇਆ। 1761 ਈਸਵੀ ਵਿੱਚ ਆਪ ਜੀ ਜਥੇਦਾਰ ਕਰੋੜਾ ਸਿੰਘ ਜੀ ਤੋਂ ਬਾਅਦ ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਬਣੇ। ਸਰਦਾਰ ਬਘੇਲ ਸਿੰਘ ਜੀ ਆਪਣੇ ਸਮੇਂ ਦੇ ਪ੍ਰਸਿੱਧ ਆਗੂ ਤੇ ਜਰਨੈਲ ਹੋਏ ਹਨ। ਗੰਗਾ ਜਮਨਾ ਦੁਆਬਾ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ ਜਿਸ ਨੂੰ ਸਰਦਾਰ ਬਘੇਲ ਸਿੰਘ ਜੀ ਨੇ ਆਪਣੇ ਅਧੀਨ ਨਾ ਕੀਤਾ ਹੋਵੇ। 25 ਸਾਲ ਪੂਰਨ ਤੌਰ ਤੇ ਜਲੰਧਰ ਤੋਂ ਲੈ ਕੇ ਪੀਲੀਭੀਤ ਤੱਕ ਅਤੇ ਅੰਬਾਲੇ ਤੋਂ ਅਲੀਗੜ੍ਹ ਤੱਕ ਆਪ ਜੀ ਦਾ ਸਿੱਕਾ ਚੱਲਦਾ ਰਿਹਾ। ਬਾਬਾ ਬਘੇਲ ਸਿੰਘ ਜੀ ਸਭ ਨੂੰ ਆਦਰ ਦੇਣ ਵਾਲੇ, ਲੋੜਵੰਦਾਂ ਦੀ ਮਦਦ ਕਰਨ ਵਾਲੇ ਤੇ ਬੜੇ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਆਪ ਸਿੱਖੀ ਕਦਰਾਂ ਕੀਮਤਾਂ ਦੇ ਪੱਕੇ ਧਾਰਨੀ ਸਨ। ਕਈ ਵਾਰੀ ਆਪ ਜੀ ਨੇ ਮੁਗਲਾਂ ਪਾਸੋਂ ਹਿੰਦੂ ਔਰਤਾਂ ਦਾ ਬਚਾਅ ਵੀ ਕੀਤਾ ਸੀ। ਬੇਗਮ ਸਮਰੂ ਜੋ ਕਿ ਇੱਕ ਅੰਗਰੇਜ਼ ਜਰਨੈਲ ਮਿਸਟਰ ਵਾਲਟਰ ਸੌਂਬਰ ਦੀ ਪਤਨੀ ਸੀ, ਆਪ ਜੀ ਦੀ ਧਰਮ ਦੀ ਭੈਣ ਸਨ। ਬੇਗਮ ਸਮਰੂ ਸਿੱਖਾਂ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਹਨਾਂ ਦੁਆਰਾ ਹੀ ਦਿੱਲੀ ਫਤਿਹ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਅਤੇ ਮੁਗਲ ਹਾਕਮ ਸ਼ਾਹ ਆਲਮ ਦੂਜੇ ਵਿੱਚ ਦਿੱਲੀ ਤਖਤ ਨੂੰ ਲੈ ਕੇ ਸੰਧੀ ਹੋਈ ਸੀ। ਸਰਦਾਰ ਬਘੇਲ ਸਿੰਘ ਜੀ ਐਸੇ ਨੀਤੀਵਾਨ ਸਨ ਕਿ ਸਾਰਿਆਂ ਨੂੰ ਉਹਨਾਂ ਦੀ ਗੱਲ ਮੰਨਣੀ ਹੀ ਪੈਂਦੀ ਸੀ। ਉਹਨਾਂ ਦਾ ਇੰਨਾ ਦਬਦਬਾ ਸੀ ਕਿ ਕੋਈ ਵੀ ਉਹਨਾਂ ਦੀ ਮਰਜ਼ੀ ਤੋਂ ਉਲਟ ਦਿੱਲੀੋਂ ਪੰਜਾਬ ਵੱਲ ਨਹੀਂ ਸੀ ਆ ਸਕਦਾ। ਸਰਦਾਰ ਬਘੇਲ ਸਿੰਘ ਜੀ ਦੀ ਅਗਵਾਈ ਵਿੱਚ ਕਰੋੜ ਸਿੰਘੀਆ ਮਿਸਲ ਨੇ ਅੰਬਾਲਾ, ਕਰਨਾਲ, ਥਾਨੇਸਰ, ਹਿਸਾਰ, ਜਲੰਧਰ ਆਦਿ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਤੇ ਆਪਣਾ ਪਹਿਲਾ ਹੈੱਡਕੁਆਰਟਰ ਹਰਿਆਣਾ ਵਿਖੇ ਬਣਾਇਆ। ਸਰਹੰਦ ਦੀ ਜਿੱਤ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਨੇ ਆਪਣਾ ਸ਼ਾਸਨ ਕਰਨਾਲ ਤੋਂ ਅੱਗੇ ਛਲੌਦੀ ਸਮੇਤ ਕਈ ਪਿੰਡਾਂ ਤੱਕ ਫੈਲਾਇਆ ਤੇ ਛਲੌਦੀ ਨੂੰ ਆਪਣਾ ਨਵਾਂ ਹੈੱਡਕੁਆਰਟਰ ਬਣਾਇਆ। ਫਿਰ ਸਹਾਰਨਪੁਰ, ਮੁਜ਼ੱਫਰਪੁਰ, ਮੇਰਠ, ਨਜੀਬਾਬਾਦ, ਮੁਰਾਦਾਬਾਦ, ਅਨੂਪ ਸ਼ਹਿਰ ਆਦਿ ਇਲਾਕਿਆਂ ਤੇ ਆਪਣਾ ਪ੍ਰਬੰਧ ਕਾਇਮ ਕੀਤਾ। 1773 ਈਸਵੀ ਵਿੱਚ ਨਨੌਤ ਤੇ ਜਲਾਲਾਬਾਦ ਅਤੇ 1775 ਈਸਵੀ ਵਿੱਚ ਬਿਆਸ ਦੇ ਆਸ-ਪਾਸ ਦੇ ਇਲਾਕੇ ਆਪਣੇ ਰਾਜ ਵਿੱਚ ਸ਼ਾਮਲ ਕੀਤੇ। 1780 ਈਸਵੀ ਵਿੱਚ ਸ਼ਹਿਜ਼ਾਦੇ ਫਰਜ਼ੰਦ ਕੋਲੋਂ ਈਨ ਮਨਵਾਈ ਤੇ 1788 ਈਸਵੀ ਵਿੱਚ ਜਦੋਂ ਮਾਨਾ ਰਾਓ ਮਰਹੱਟਾ ਨੇ ਪੰਜਾਬ ਵੱਲ ਅੱਖ ਕੀਤੀ ਤਾਂ ਬਾਬਾ ਬਘੇਲ ਸਿੰਘ ਜੀ ਨੇ ਹੀ ਮਰਹੱਟਿਆਂ ਦੇ ਆਗੂ ਕੋਲੋਂ ਈਨ ਮਨਵਾਈ। ਇਸ ਸਭ ਦੇ ਨਾਲ ਸਭ ਤੋਂ ਅਹਿਮ ਬਾਬਾ ਬਘੇਲ ਸਿੰਘ ਜੀ ਨੇ ਦੂਜੀ ਮਿਸਲਾਂ ਦੇ ਮੁਖੀ ਸਰਦਾਰਾਂ ਨਾਲ ਮਿਲ ਕੇ 11 ਮਾਰਚ 1783 ਈਸਵੀ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਤੇ ਦਿੱਲੀ ਤਖਤ ਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਇਤਿਹਾਸ ਵਾਚਦਿਆਂ ਇਹ ਪਤਾ ਚੱਲਦਾ ਹੈ ਕਿ 1737 ਈਸਵੀ ਤੋਂ 1788 ਈਸਵੀ ਤੱਕ 51 ਸਾਲਾਂ ਵਿੱਚ ਦਿੱਲੀ ਕੁੱਲ 52 ਵਾਰੀ ਲੁੱਟੀ ਤੇ ਉਜੜੀ ਗਈ, ਜਿਸ ਵਿੱਚ 1765 ਤੋਂ 1787 ਈਸਵੀ ਤੱਕ 15 ਵਾਰੀ ਸਿੰਘਾਂ ਨੇ ਦਿੱਲੀ ਜਿੱਤੀ। ਪਰ ਬਾਬਾ ਬਘੇਲ ਸਿੰਘ ਜੀ ਦਾ ਅੰਤਮ ਟੀਚਾ ਲਾਲ ਕਿਲਾ ਫਤਿਹ ਕਰਨਾ ਸੀ, ਕਿਉਂਕਿ ਇਹ ਉਹੀ ਥਾਂ ਸੀ ਜਿੱਥੇ ਬੈਠ ਕੇ ਸਮੇਂ-ਸਮੇਂ ਦੇ ਹਾਕਮਾਂ ਨੇ ਗੁਰੂ ਸਾਹਿਬਾਨਾਂ ਅਤੇ ਕੁੱਲ ਮਨੁੱਖਤਾ ਦੇ ਖਿਲਾਫ ਬੜੇ ਹੀ ਖੌਫਨਾਕ ਫਤਵੇ ਜਾਰੀ ਕੀਤੇ ਸਨ। ਜਿਸ ਤੋਂ ਬਾਅਦ 8 ਮਾਰਚ 1783 ਈਸਵੀ ਨੂੰ ਸਰਦਾਰ ਬਘੇਲ ਸਿੰਘ ਜੀ ਨੇ ਆਪਣੀ 40,000 ਦੀ ਫੌਜ ਨਾਲ ਜਮਨਾ ਕੰਢੇ ਬਰਗਾੜੀ ਘਾਟ ਤੇ ਕਬਜ਼ਾ ਕਰ ਲਿਆ। ਫਿਰ ਮਲਕਾਗੰਜ ਤੇ ਸਬਜ਼ੀ ਮੰਡੀ ਜਾ ਜਿੱਤੇ। ਬਾਬਾ ਬਘੇਲ ਸਿੰਘ ਜੀ ਨੇ ਆਪਣੀ ਫੌਜ ਨੂੰ 3 ਹਿੱਸਿਆਂ ਵਿੱਚ ਵੰਡਿਆ, ਜਿਸ ਵਿੱਚੋਂ 5,000 ਦੀ ਫੌਜ ਗੁਰਦੁਆਰਾ ਮਜਨੂ ਕਾ ਟਿੱਲਾ ਵਾਲੀ ਥਾਂ ਤੇ ਤੈਨਾਤ ਕੀਤੀ ਤੇ 5,000 ਅਜਮੇਰੀ ਗੇਟ ਵਾਲੀ ਥਾਂ ਤੇ ਭੇਜੀ ਗਈ। ਬਾਕੀ ਦੇ 30,000 ਸਿੰਘਾਂ ਦੀ ਫੌਜ ਆਪ ਜੀ ਨੇ ਜਿਸ ਥਾਂ ਤੇ ਰੱਖੀ ਉਹ ਥਾਂ ਹੁਣ ਦਿੱਲੀ ਵਿਖੇ 30 ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ। ਇੱਥੇ ਹੁਣ ਦਿੱਲੀ ਦੀਆਂ 6 ਜ਼ਿਲ੍ਹਾ ਅਦਾਲਤਾਂ ਲੱਗਦੀਆਂ ਹਨ ਜੋ ਦਿੱਲੀ ਹਾਈ ਕੋਰਟ ਦੇ ਅਧੀਨ ਕੰਮ ਕਰਦੀਆਂ ਹਨ। ਉਸ ਵੇਲੇ ਦਿੱਲੀ ਦੀ ਗੱਦੀ ਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਬੈਠਾ ਸੀ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੱਖ ਦਿੱਲੀ ਵਿੱਚ ਦਾਖਲ ਹੋ ਚੁੱਕੇ ਹਨ ਤਾਂ ਉਸ ਨੇ ਲਾਲ ਕਿਲੇ ਦੇ ਸਾਰੇ ਰਾਹ ਬੰਦ ਕਰਵਾ ਕੇ ਸਖਤ ਪਹਿਰਾ ਕਰ ਦਿੱਤਾ। ਪਰ ਬਾਬਾ ਬਘੇਲ ਸਿੰਘ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੀ ਸੂਝ-ਬੂਝ ਸਦਕਾ ਇੱਕ ਕੰਧ ਨੂੰ ਪਾੜਾ ਪਾ ਕੇ ਇੱਕ ਮੋਰੀ ਕੱਢੀ, ਜਿਸ ਵਿੱਚੋਂ ਸਾਰੀ ਸਿੱਖ ਫੌਜ ਕਿਲੇ ਅੰਦਰ ਦਾਖਲ ਹੋਈ। ਜਿਸ ਥਾਂ ਤੇ ਸਿੱਖਾਂ ਨੇ ਮੋਰੀ ਕੱਢੀ ਉਹ ਥਾਂ ਅੱਜ ਦਿੱਲੀ ਵਿਖੇ ਮੋਰੀ ਗੇਟ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇੱਥੇ ਹੁਣ ਦਿੱਲੀ ਦਾ ਬਹੁਤ ਵੱਡਾ ਬੱਸ ਟਰਮੀਨਲ ISBT ਬਣਿਆ ਹੋਇਆ ਹੈ।
ਸਿੱਖਾਂ ਦੇ ਲਾਲ ਕਿਲੇ ਵਿੱਚ ਪੁੱਜਦੇ ਹੀ ਸ਼ਾਹ ਆਲਮ ਅਤੇ ਉਸ ਦੀ ਫੌਜ ਸਿੱਖਾਂ ਦਾ ਮੁਕਾਬਲਾ ਕਰਨ ਦੀ ਥਾਂ ਅੰਦਰ ਜਾ ਲੁਕੇ। ਅਖੀਰ 11 ਮਾਰਚ 1783 ਈਸਵੀ ਨੂੰ ਬਾਬਾ ਬਗੇਲ ਸਿੰਘ ਜੀ ਆਪਣੀ ਜੇਤੂ ਫੌਜ ਨਾਲ ਦੀਵਾਨੇ ਆਮ ਤੇ ਦੀਵਾਨੇ ਖਾਸ ਵਿੱਚ ਪੁੱਜੇ, ਜਿੱਥੇ ਕਦੇ ਸ਼ਾਹਜਹਾਂ, ਔਰੰਗਜ਼ੇਬ, ਬਹਾਦਰ ਸ਼ਾਹ ਵਰਗੇ ਮੁਗਲ ਹਾਕਮ ਆਪਣਾ ਦੀਵਾਨ ਲਾਉਂਦੇ ਸਨ ਤੇ ਇੱਥੇ ਪੁੱਜ ਸਿੰਘਾਂ ਨੇ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਦਿੱਲੀ ਦੇ ਤਖਤ ਤੇ ਬਿਠਾਇਆ। ਲਾਲ ਕਿਲੇ ਨੂੰ ਜਿੱਤਣ ਤੋਂ ਬਾਅਦ ਜਿਸ ਥਾਂ ਸਿੱਖਾਂ ਨੇ ਮਿਠਾਈਆਂ ਵੰਡੀਆਂ ਤੇ ਅਕਸਰ ਸਰਕਾਰੀ ਖਜ਼ਾਨੇ ਚੋਂ ਮਿਲੀ ਰਕਮ ਨਾਲ ਉਹ ਲੋੜਵੰਦਾਂ ਵਿੱਚ ਮਿਠਾਈ ਵੰਡਦੇ ਰਹਿੰਦੇ ਸਨ, ਉਸ ਥਾਂ ਨੂੰ ਹੁਣ ਮਿਠਾਈ ਪੁਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ਾਹ ਆਲਮ ਦੂਜੇ ਨੇ ਸਿੱਖਾਂ ਅੱਗੇ ਆਪਣੀ ਈਨ ਮੰਨਦੇ ਹੋਏ ਸੰਧੀ ਦੀ ਪੇਸ਼ਕਸ਼ ਕੀਤੀ, ਜਿਸ ਲਈ ਬੇਗਮ ਸਮਰੂ ਨੂੰ ਵਿੱਚ ਪਾਇਆ ਗਿਆ। ਬੇਗਮ ਸਮਰੂ ਨੇ ਸ਼ਾਹ ਆਲਮ ਦੇ ਹਵਾਲੇ ਤੋਂ ਬਾਬਾ ਬਗੇਲ ਸਿੰਘ ਜੀ ਅੱਗੇ ਇਹ ਬੇਨਤੀ ਕੀਤੀ ਕਿ ਸ਼ਾਹ ਆਲਮ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤੇ ਲਾਲ ਕਿਲੇ ਉੱਤੇ ਉਹਦਾ ਹੀ ਕਬਜ਼ਾ ਰਹਿਣ ਦਿੱਤਾ ਜਾਵੇ। ਪਰ ਇਸ ਸਭ ਦੇ ਬਦਲੇ ਖਾਲਸੇ ਨੇ ਮੁਗਲਾਂ ਪਾਸੋਂ ਆਪਣੀਆਂ ਕਈ ਸ਼ਰਤਾਂ ਮਨਵਾਈਆਂ। ਬਾਬਾ ਬਗੇਲ ਸਿੰਘ ਜੀ ਅਤੇ ਮੁਗਲਾਂ ਵਿਚਕਾਰ ਇਹ ਨਿਰਣਾ ਹੋਇਆ ਕਿ ਸਿੱਖਾਂ ਨੂੰ ਆਪਣੇ ਇਤਿਹਾਸਕ ਗੁਰੂ ਧਾਮ ਬਣਾਉਣ ਦੀ ਖੁੱਲ੍ਹ ਦਿੱਤੀ ਜਾਵੇ ਤੇ ਜਦ ਤੱਕ ਗੁਰਦੁਆਰਿਆਂ ਦੀ ਸੇਵਾ ਮੁਕੰਮਲ ਨਹੀਂ ਹੋ ਜਾਂਦੀ, ਸਰਦਾਰ ਬਗੇਲ ਸਿੰਘ ਜੀ ਆਪਣੀ 4000 ਫੌਜ ਨਾਲ ਦਿੱਲੀ ਹੀ ਰੁਕਣਗੇ। ਦੂਜਾ, ਸਰਕਾਰ ਤਰਫੋਂ ਖਾਲਸੇ ਨੂੰ 3 ਲੱਖ ਰੁਪਏ ਹਰਜਾਨੇ ਦੇ ਤੌਰ ਤੇ ਦਿੱਤੇ ਜਾਣ। ਤੀਜਾ, ਸ਼ਹਿਰ ਦੀ ਚੁੰਗੀ ਵਸੂਲ ਕਰਨ ਦਾ ਅਧਿਕਾਰ ਖਾਲਸੇ ਦੇ ਹਵਾਲੇ ਕਰ ਦਿੱਤਾ ਜਾਵੇ ਤੇ ਉਸ ਦਾ ਚੌਥਾ ਹਿੱਸਾ ਖਾਲਸੇ ਕੋਲ ਹੋਵੇਗਾ, ਜੋ ਗੁਰੂ ਧਾਮਾਂ ਦੀ ਉਸਾਰੀ ਅਤੇ ਲੋੜਵੰਦਾਂ ਦੀ ਮਦਦ ਲਈ ਖਰਚ ਕੀਤਾ ਜਾਵੇਗਾ। ਮੁਗਲਾਂ ਨਾਲ ਹੋਏ ਇਹ ਸਾਰੇ ਸਮਝੌਤੇ ਤੋਂ ਬਾਅਦ ਬਾਕੀ ਮਿਸਲਾਂ ਦੇ ਮੁਖੀ ਸਰਦਾਰ ਆਪਣੀ ਫੌਜਾਂ ਨਾਲ ਵਾਪਸ ਪੰਜਾਬ ਵੱਲ ਨੂੰ ਪਰਤ ਆਏ। ਪਰ ਵਾਪਸ ਆਉਂਦੇ ਹੋਏ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਤਖਤੇ ਤਾਊਸ ਦੀ ਉਹ ਸਿਲ ਵੀ ਆਪਣੇ ਨਾਲ ਲੈ ਆਏ, ਜਿਸ ਸਿਲ ਤੇ ਬੈਠ ਕੇ ਦਿੱਲੀ ਦੇ ਜ਼ਾਲਮ ਹਾਕਮਾਂ ਨੇ ਪੰਥ ਦੇ ਵਿਰੁੱਧ ਹੁਕਮਨਾਮੇ ਜਾਰੀ ਕੀਤੇ ਸਨ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੁਆਰਾ ਇਹ ਸਿਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਿਆਈ ਗਈ, ਜੋ ਅੱਜ ਵੀ ਪਰਕਰਮਾ ਵਿੱਚ ਸਥਿਤ ਬੂੰਗਾ ਰਾਮਗੜੀਆ ਵਿਖੇ ਮੌਜੂਦ ਹੈ। ਬਾਬਾ ਬਗੇਲ ਸਿੰਘ ਜੀ ਆਪਣੇ 4000 ਸਾਥੀਆਂ ਨਾਲ ਦਿੱਲੀ ਰੁਕ ਗਏ ਅਤੇ ਮੌਜੂਦਾ ਸਬਜ਼ੀ ਮੰਡੀ ਵਾਲੇ ਸਥਾਨ ਤੇ ਟੈਕਸ ਦੀ ਉਗਰਾਹੀ ਲਈ ਚੌਕੀ ਬਣਾ ਲਈ ਅਤੇ ਗੁਰਦੁਆਰਿਆਂ ਦਾ ਸੇਵਾ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ। ਆਪ ਜੀ ਨੇ ਦਿੱਲੀ ਦੇ 7 ਇਤਿਹਾਸਕ ਗੁਰੂ ਧਾਮਾਂ ਦੀ ਨਿਸ਼ਾਨਦੇਹੀ ਕੀਤੀ। ਪਹਿਲਾ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਟਿਕਾਣੇ ਵਾਲੇ ਅਸਥਾਨ ਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਬਣਾਇਆ। ਦੂਜਾ, ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਜਿੱਥੇ ਕੁਝ ਸਮਾਂ ਨਿਵਾਸ ਕਰ ਰੋਗੀਆਂ ਦੇ ਰੋਗ ਠੀਕ ਕੀਤੇ ਤੇ ਜੋਤੀ ਜੋਤ ਸਮਾਏ, ਉਸ ਥਾਂ ਗੁਰਦੁਆਰਾ ਬੰਗਲਾ ਸਾਹਿਬ ਬਣਾਇਆ। ਤੀਜਾ, ਜਮਨਾ ਕਿਨਾਰੇ ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਸਨ, ਉੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕਰਾਇਆ। ਚੌਥਾ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣੇ ਘਰ ਨੂੰ ਅੱਗ ਲਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ ਸੀ, ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਉਸਾਰੀ ਕਰਵਾਈ। ਪੰਜਵਾਂ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਉਹਨਾਂ ਦੇ ਪਿਆਰੇ ਸਿੰਘਾਂ ਦੀ ਸ਼ਹੀਦੀ ਵਾਲੇ ਅਸਥਾਨ ਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਬਣਾਇਆ। ਛੇਵਾਂ, ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਤੇ ਗੁਰਦੁਆਰਾ ਮਜਨੂ ਕਾ ਟਿੱਲਾ ਬਣਵਾਇਆ। ਅਤੇ ਸੱਤਵਾਂ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਸੰਬੰਧਿਤ ਗੁਰਦੁਆਰਾ ਮੋਤੀ ਬਾਗ ਦੀ ਉਸਾਰੀ ਕਰਵਾਈ। ਇਹਨਾਂ ਸਾਰੇ ਹੀ ਗੁਰੂ ਧਾਮਾਂ ਦੀ ਉਸਾਰੀ ਵਿੱਚ ਲਗਭਗ 8 ਤੋਂ 9 ਮਹੀਨਿਆਂ ਦਾ ਸਮਾਂ ਲੱਗਾ, ਜਿਸ ਤੋਂ ਬਾਅਦ ਜਦੋਂ ਸਰਦਾਰ ਬਗੇਲ ਸਿੰਘ ਜੀ ਵਾਪਸ ਪੰਜਾਬ ਮੁੜਨ ਲੱਗੇ ਤਾਂ ਬਾਦਸ਼ਾਹ ਸ਼ਾਹ ਆਲਮ ਨੇ ਆਪ ਜੀ ਨਾਲ ਮੁਲਾਕਾਤ ਦੀ ਖਾਹਿਸ਼ ਪ੍ਰਗਟ ਕੀਤੀ, ਜਿਸ ਤੇ ਨਿਡਰ ਤੇ ਬਹਾਦਰ ਯੋਧਾ ਸਰਦਾਰ ਬਗੇਲ ਸਿੰਘ ਜੀ ਨੇ ਕਿਹਾ ਕਿ ਸਾਡੀ ਬਾਦਸ਼ਾਹ ਨਾਲ ਮੁਲਾਕਾਤ ਕਿਵੇਂ ਹੋ ਸਕਦੀ ਹੈ। ਬਾਦਸ਼ਾਹ ਨੂੰ ਮਿਲਣ ਲਈ ਤਾਂ ਹੱਥ ਜੋੜ ਕੇ ਝੁਕ ਕੇ ਸਲਾਮ ਕਰਨ ਦਾ ਦਸਤੂਰ ਹੈ, ਜਿਸ ਤੇ ਬਾਦਸ਼ਾਹ ਹੱਥ ਚੁੱਕ ਕੇ ਅਸੀਸ ਦਿੰਦਾ ਹੈ, ਜਿਸ ਨੂੰ ਅਸੀਂ ਤਿਰਕਾਰ ਜਾਣਦੇ ਹਾਂ। ਬਾਦਸ਼ਾਹ ਨੂੰ ਮਿਲਣ ਵੇਲੇ ਸ਼ਸਤਰ ਸਾਥ ਨਹੀਂ ਲੈ ਜਾ ਸਕਦੇ, ਪਰ ਅਸੀਂ ਤਾਂ ਸ਼ਸਤਰਾਂ ਬਗੈਰ ਰਹਿ ਹੀ ਨਹੀਂ ਸਕਦੇ, ਇਸ ਲਈ ਅਸੀਂ ਬਾਦਸ਼ਾਹ ਨੂੰ ਨਹੀਂ ਮਿਲ ਸਕਦੇ। ਸਰਦਾਰ ਬਗੇਲ ਸਿੰਘ ਜੀ ਦੀਆਂ ਇਹ ਗੱਲਾਂ ਸੁਣ ਬਾਦਸ਼ਾਹ ਨੇ ਇਹ ਕਹਿਲਾ ਭੇਜਿਆ ਕਿ ਆਪ ਜੀ ਜਿਵੇਂ ਮਰਜ਼ੀ ਆਵੋ, ਪਰ ਮੁਲਾਕਾਤ ਜ਼ਰੂਰ ਹੋਵੇ। ਇਸ ਤੋਂ ਬਾਅਦ ਜਦੋਂ ਬਾਬਾ ਬਗੇਲ ਸਿੰਘ ਜੀ ਲਾਲ ਕਿਲੇ ਬਾਦਸ਼ਾਹ ਨੂੰ ਮਿਲਣ ਲਈ ਗਏ ਤਾਂ ਬੜਾ ਹੀ ਵਿਚਿੱਤਰ ਦ੍ਰਿਸ਼ ਸੀ। ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸਜੇ ਸਰਦਾਰ ਬਗੇਲ ਸਿੰਘ ਜੀ
ਹਾਥੀ ਤੇ ਸਵਾਰ ਤੇ ਐਸੇ ਵਧੀਆ ਹਾਥੀ ਤੇ ਘੋੜੇ ਜੋ ਦਿੱਲੀ ਨੇ ਕਦੇ ਡਿੱਠੇ ਹੀ ਨਹੀਂ ਸਨ। ਕਿਲੇ ਦੇ ਪਾਸ ਪੁੱਜਦੇ ਹੀ ਵੱਡੇ ਵਜ਼ੀਰ ਨੇ ਬਾਬਾ ਬਘੇਲ ਸਿੰਘ ਜੀ ਦਾ ਇਸਤਕਬਾਲ ਕੀਤਾ, ਜਿਸ ਤੋਂ ਬਾਅਦ ਆਪ ਜੀ ਘੋੜੇ ਤੇ ਸਵਾਰ ਹੋਏ ਤੇ ਜਦੋਂ ਉਤਰੇ ਤਾਂ ਅੱਗੇ ਹੋਰ ਵਜ਼ੀਰ ਕਤਾਰ ਵਿੱਚ ਖੜੇ ਸਨ। ਦਰਬਾਰ ਵਿੱਚ ਪੁੱਜਦੇ ਹੀ ਆਪ ਜੀ ਨੇ ਗੱਜ ਕੇ ਫਤਿਹ ਬੁਲਾਈ। ਬਾਦਸ਼ਾਹ ਨੇ ਸਭ ਨੂੰ ਉਸੇ ਤਰ੍ਹਾਂ ਫਤਿਹ ਬੁਲਾਉਣ ਲਈ ਆਖਿਆ। ਬਾਬਾ ਬਘੇਲ ਸਿੰਘ ਜੀ ਦਾ ਅਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਸਾਥੀਆਂ ਦਾ ਬਾਦਸ਼ਾਹ ਵੱਲੋਂ ਖੂਬ ਸਤਿਕਾਰ ਕੀਤਾ ਗਿਆ। ਕਈ ਚਿਰ ਗੱਲਾਂ ਚੱਲਦੀਆਂ ਰਹੀਆਂ ਤੇ ਸਿੰਘਾਂ ਦੀਆਂ ਵਿਚਾਰਾਂ ਸੁਣ ਬਾਦਸ਼ਾਹ ਵੀ ਬਹੁਤ ਪ੍ਰਭਾਵਿਤ ਹੋਇਆ। ਅੰਤ ਬਾਦਸ਼ਾਹ ਨੇ ਹਾਥੀ, 5 ਘੋੜੇ, ਸੋਨੇ ਦੀ ਇੱਕ ਜ਼ੰਜੀਰ ਤੇ ਹੋਰ ਬਹੁਤ ਸਾਰੇ ਤੋਹਫੇ ਦੇ ਕੇ ਪੂਰਨ ਸਤਿਕਾਰ ਨਾਲ ਬਾਬਾ ਬਘੇਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਵਿਦਾ ਕੀਤਾ। ਇਸ ਸਭ ਤੋਂ ਬਾਅਦ ਵੀ ਸਰਦਾਰ ਬਘੇਲ ਸਿੰਘ ਜੀ ਸਿੱਖ ਪੰਥ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹੇ ਤੇ 1802 ਈਸਵੀ ਵਿੱਚ ਸਿੱਖ ਰਾਜ ਦਾ ਇਹ ਉਜਲਾ ਸਿਤਾਰਾ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਲਿਜਾ ਕੇ ਰੱਬ ਦੀ ਦਰਗਾਹ ਵਿੱਚ ਜਾ ਬਿਰਾਜਿਆ। ਲਗਭਗ 9 ਮਹੀਨੇ ਦਿੱਲੀ ਉੱਤੇ ਸਿੱਖ ਰਾਜ ਕਾਬਜ਼ ਰਿਹਾ ਤੇ ਖਾਲਸਾਈ ਨਿਸ਼ਾਨ ਸਾਹਿਬ ਦੀ ਛਤਰ ਵਿੱਚ ਦਿੱਲੀ ਵਾਸੀਆਂ ਨੇ ਬੜਾ ਸੁੱਖ ਵੀ ਮਾਣਿਆ। ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਰੂਪ ਵਿੱਚ ਸਰਦਾਰ ਬਘੇਲ ਸਿੰਘ ਜੀ ਦੀ ਇਹ ਸਿੱਖ ਕੌਮ ਨੂੰ ਇੱਕ ਬਹੁਤ ਵੱਡੀ ਦੇਣ ਸੀ। ਬਾਬਾ ਬਘੇਲ ਸਿੰਘ ਜੀ ਕਰੋੜ ਸਿੰਘੀਆਂ ਮਿਸਲ ਦੇ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਹੋਏ ਹਨ। ਜਦ ਤੱਕ ਆਪ ਜੀ ਸਰੀਰ ਕਰਕੇ ਇਸ ਫਾਨੀ ਸੰਸਾਰ ਵਿੱਚ ਵਿਚਰਦੇ ਰਹੇ, ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਆਪ ਜੀ ਨੂੰ ਘਰ ਬੈਠਿਆਂ ਹੀ ਪੁੱਜਦਾ ਰਿਹਾ। ਬਾਬਾ ਬਘੇਲ ਸਿੰਘ ਜੀ ਦੇ ਨਾਮ ਤੋਂ ਮੁਗਲ, ਮਰਾਠੇ ਤੇ ਅੰਗਰੇਜ਼ ਥਰ-ਥਰ ਕੰਬਦੇ ਸਨ। ਆਪ ਜੀ ਦਲੇਰ ਅਤੇ ਨਿਰਭੈ ਜਰਨੈਲ ਹੋਣ ਦੇ ਨਾਲ-ਨਾਲ ਇੱਕ ਕੁਸ਼ਲ ਪ੍ਰਬੰਧਕ ਵੀ ਸਨ। ਸਾਰੇ ਹੀ ਸਿੱਖ ਮਿਸਲਾਂ ਦੇ ਸਰਦਾਰਾਂ ਨਾਲ ਆਪ ਜੀ ਦੇ ਚੰਗੇ ਸੰਬੰਧ ਸਨ। ਇਹੀ ਕਾਰਨ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਵਰਗੇ ਦੂਜੀ ਮਿਸਲਾਂ ਦੇ ਸਰਦਾਰ ਵੀ ਹਮੇਸ਼ਾ ਆਪ ਜੀ ਦੇ ਨਾਲ ਰਹੇ ਸਨ। ਹਰਿਆਣਾ ਵਿਖੇ ਕੱਲਰ ਖਾਲਸਾ ਨਾਂ ਦੇ ਸਕੂਲ ਨਾਲ ਬਾਬਾ ਬਘੇਲ ਸਿੰਘ ਜੀ ਦੀ ਯਾਦਗਾਰ ਥਾਂ ਵਜੋਂ ਇੱਕ ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ ਤੇ ਦਿੱਲੀ ਵਿਖੇ ਹਰ ਸਾਲ 11 ਮਾਰਚ ਨੂੰ ਬਾਬਾ ਬਘੇਲ ਸਿੰਘ ਜੀ ਦੀ ਅਗਵਾਈ ਵਿੱਚ ਲਾਲ ਕਿਲੇ ਨੂੰ ਜਿੱਤਦੇ ਹੋਏ ਖਾਲਸਾ ਰਾਜ ਕਾਇਮ ਕਰਨ ਦੀ ਖੁਸ਼ੀ ਨੂੰ ਸਮੁੱਚਾ ਖਾਲਸਾ ਪੰਥ ਦਿੱਲੀ ਫਤਿਹ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।